ਇੱਕੋ ਹੀ ਖਿਆਲ ਸਵਾਰ ਤੇ ਇੱਕੋ ਹੀ ਜਨਾਬ ਪਾਸੇ ਸੋਚ ਹੁੰਦੀ ਉਹਨਾਂ ਦੀ ਵੀ ਕਿਸਲੇ ਦਾ ਲੱਗੇ ਤੇ ਆਦਾ ਠੀਕ ਹੈ ਨਾ। ਉਹ ਫਿਰ ਨਾ ਜੀ ਉਹ ਆਪਣਾ ਉਹ ਫਿਰ ਉਹਦਾ ਨੁਕਸਾਨ ਹੁੰਦਾ ਹੈ ਜ਼ਹਿਨੀ ਤੌਰ ਤੇ, ਸਾਬੀ ਤੌਰ ਤੇ ਵੀ ਬੰਦੇ ਜਿਹੜਾ ਨਾ ਫਰ ਕੰਮ ਕਾਰ ਤੇ ਦਿਲ ਨਹੀਂ ਕਰਦਾ, ਪੜ੍ਹਾਈ ਤੇ ਦਿਲ ਨਹੀਂ ਕਰਦਾ, ਬਸ ਇੱਕੋ ਹੀ ਖਿਆਲ ਤੇ ਜ਼ਹਿਨ ਦੀ ਹਿਰਸ ਵੱਧ ਜਾਂਦੀ। ਤੇ ਫਿਰ ਉਹ ਜਦੋਂ ਜ਼ਿਆਦਾ ਇਹਨੂੰ ਕਰਦੇ ਨਾ ਆਦਤ ਨੂੰ ਬਾਰ-ਬਾਰ ਇੱਕ ਦਿਨ ਕਈ ਵਾਰੀ ਰਾਤ ਦਿਲ ਦਾਲ, ਉਹ ਫਿਰ ਨਾ ਜੀ ਇਹਦਾ ਵਾਕਈ ਨੁਕਸਾਨ ਹੁੰਦਾ ਹੈ। ਪਰੇਸ਼ਾਨ ਵੀ ਰਹਿੰਦੇ ਨੇ ਕਿਉਂਕਿ ਜ਼ਾਹਿਰ ਗੱਲ ਲੇਟ ਸ਼ਾਦੀਆਂ ਅੱਜ ਕੱਲ੍ਹ ਹੁੰਦੀਆਂ, ਫਿਰ ਅੱਗੋਂ ਖੁਰਾਕਾਂ ਵੀ ਸਾਡੀਆਂ ਗਰਮ ਹੈਗੀਆਂ ਤੋਂ ਦੀ ਵਜ੍ਹਾ ਤੋਂ ਫਿਰ ਉਹ ਅਕਸਰ ਲੋਕ ਸਾਨੂੰ ਬਣਾ ਲੈਂਦੇ ਨੇ ਸਾਡੇ ਨੁਕਸੇ, ਫਾਇਦਾ ਹੁੰਦਾ ਹੈ। ਸੋਸ਼ਲ ਮੀਡੀਆ ਦਾ ਕੰਮ ਸ਼ੁਰੂ ਕੀਤਾ ਨਾ ਤਾਂ ਫਿਰ ਸਾਡੇ ਕੋਲੋਂ ਲੋਕ ਕਮੈਂਟ ਕਰਦੇ ਸੀ, ਸਾਨੂੰ ਫੋਨ ਕਰਦੇ ਸੀ ਜੀ ਹਕੀਮ ਸਾਹਿਬ ਇਹ ਮੌਜੂ ਤੇ ਵੀਡੀਓ ਬਣਾਓ ਜੀ, ਸਾਡੇ ਇਹ ਮਸਾਇਲ ਨੇ ਜੀ, ਇਹਨਾਂ ਨੂੰ ਵੀ ਤੁਸੀਂ। ਉਹ ਸਹੀ ਕਹਿੰਦੀ ਸਾਇੰਸ ਜਿਹੜੀ ਕਹਿੰਦੀ, ਜਾਂ ਕੁਛ ਡਾਕਟਰ ਹੈਗੇ ਨੇ ਪ੍ਰੋਫੈਸਰ ਵਗੈਰਾ ਉਹ ਕਹਿੰਦੇ ਜੀ ਮਸਜਨੀ ਦਾ ਨੁਕਸਾਨ ਨਹੀਂ ਹੁੰਦਾ, ਉਹ ਸਹੀ ਕਹਿੰਦੇ ਨੇ। ਉਹ ਛੋਟੇ ਛੋਟੇ ਬੱਚੇ ਬੜੇ ਚਲਾਕ ਨੇ, ਕਹਿੰਦੇ ਜੀ ਅਸੀਂ ਉਹ ਆਪਣਾ ਉਹ ਜੀ ਲੈਕਚਰ ਸੁਣਨਾ ਜੀ, ਨਾਤਾਂ ਸੁਣਨੀਆਂ, ਜਿਹੜੇ ਜਾ ਕੇ ਵੇਖੋ ਤੇ ਉਹ ਕੋਈ ਹੋਰ ਸ਼ਾ ਲਾਈ ਖਲੇਂਦਾ। ਤੁਸੀਂ ਕਿਵੇਂ ਆਇਡੈਂਟੀਫਾਈ ਕਰਦੇ ਹੋ ਕਿ ਇਹਨੂੰ ਇਹ ਮਰਜ਼ ਹੈ, ਇਹਨੂੰ ਯਰਕਾਨ ਹੈ, ਇਹਨੂੰ ਦਾਣੇ ਕਿਉਂ ਨਿਕਲਦੇ ਨੇ? ਨਬਜ਼ ਦੇ ਨਾਲ ਰੂਹਾਨੀਅਤ ਦਾ ਤਲਕ ਵੀ ਹੁੰਦਾ ਸੀ। मैं हूं आपका मेजबान नली बादामी। आज मैं आपकी मुलाकात पाकिस्तान के नामवर हकीम और सोशल मीडिया स्टार हकीम सरफराज से मिलवाने जा रहा हूं। इनसे हम जानते हैं कि इनका ये सफ़र कब स्टार्ट हुआ, कैसे हुआ। अस्सलाम वालेकुम। वालेकुम सलाम। हकीम साहब क्या हाल है जी, कैसे हैं? ਵਧੀਆ ਜੀ, ਸ਼ੁਕਰ ਅੱਲਾਹ ਦਾ। ਅੱਛਾ ਹਕੀਮ ਸਾਹਿਬ ਮੈਨੂੰ ਇਹ ਦੱਸੋ ਇਹ ਕਿਵੇਂ ਸਟਾਰਟ ਹੋਇਆ? ਪਾਕਿਸਤਾਨ ਵਿੱਚ ਨਹੀਂ ਬਲਕਿ ਦੁਨੀਆ ਵਿੱਚ ਬੜੇ ਨਾਮਵਰ ਹਕੀਮ ਪਏ ਹੋਏ ਨੇ, ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਧੂਮ ਮਚਾ ਦਿੱਤੀ ਏ। ਇਹ ਕਿਵੇਂ ਸਟਾਰਟ ਹੋਇਆ ਤੇ ਕਿੰਜ ਹੋਇਆ ਸਾਰਾ? ਬਸ ਜੀ ਅੱਲਾਹ ਪਾਕ ਦੀ ਮਿਹਰਬਾਨੀ ਹੈ ਤੇ ਮੈਂ ਕੋਈ ਇਹਦੇ ਵਿੱਚ ਜ਼ਿਆਦਾ ਐਡਾ ਕਮਾਲ ਨਹੀਂ ਸਮਝਦਾ। ਬੇਸ਼ੱਕ ਪੂਰੇ ਪਾਕਿਸਤਾਨ ਦੇ ਵਿੱਚ ਬੜੇ ਵੱਡੇ ਵੱਡੇ ਤੇ ਮੰਨੇ ਤੰਨੇ ਹੋਏ ਤੇ ਬੜੇ ਯਾਨੀ ਬਜ਼ੁਰਗ ਹੁਕਮਾ ਵੀ ਮੌਜੂਦ ਨੇ, ਬੜੇ ਸਿਆਣੇ ਵੀ ਨੇ, ਬੜੇ ਤਜਰਬੇਕਾਰ ਵੀ ਨੇ, ਤੇ ਮੈਂ ਆਦੇ ਆਪ ਨੂੰ ਕੁਛ ਵੀ ਨਹੀਂ ਸਮਝਦਾ, ਲੇਕਿਨ ਇਹ ਅੱਲਾਹ ਪਾਕ ਦੀ ਮਿਹਰਬਾਨੀ ਹੈ। ਤੇ ਬਸ ਇਹ ਸਾਡੇ ਜ਼ਿਹਨ ਦੇ ਵਿੱਚ ਖਿਆਲ ਪੈਦਾ ਹੋਇਆ, ਜ਼ਾਹਿਰ ਗੱਲ ਕੰਮ ਤਾਂ ਕਰ ਰਹੇ ਸੀ ਆਲਰੇਡੀ, ਅਸੀਂ ਹਕਮਤ ਕਰ ਰਹੇ ਸੀ, ਤੇ ਖਿਆਲ ਇਹ ਪੈਦਾ ਹੋਇਆ ਵੀ ਯਾਰ ਨਾ ਅਕਸਰ ਸਾਡੇ ਹੁਕਮਾਂ ਹਜ਼ਰਾਤ ਜਿਹੜੇ ਨੇ ਨਾ ਉਹ ਆਦੇ ਨੁਸਖਿਆਂ ਨੂੰ ਬੜਾ ਲੁਕੋ ਕੇ ਰੱਖਦੇ ਨੇ, ਐਂ ਜਨਾਬ ਜਿਵੇਂ ਵੀ ਕਬਰਾਂ 'ਚ ਲੈ ਕੇ ਜਾਣਾ। ਤੇ ਮੈਂ ਇਹ ਸੋਚਿਆ ਵੀ ਯਾਰ ਗੱਲ ਇਹ ਵੀ ਸਾਡੀ ਹਕਮਤ ਪਿੱਛੇ ਜਾ ਰਹੀ ਹੈ, ਹਾਲਾਂਕਿ ਬਾਕੀ ਐਲੋਪੈਥਿਕ ਹੋਮਿਓਪੈਥਿਕ ਉਹ ਅੱਗੇ ਜਾ ਰਹੇ ਨੇ, ਹਕਮਤ ਪਿੱਛੇ ਜਾ ਰਹੀ। ਤੇ ਇਹਦੀ ਮੇਨ ਵਜ੍ਹਾ ਵੀ ਹੈ ਵੀ ਉਹ ਜਿਹੜੇ ਐਲੋਪੈਥਿਕ ਤੇ ਹੋਮਿਓਪੈਥਿਕ ਵਾਲੇ ਨੇ ਉਹ ਆਦੀਆਂ ਚੀਜ਼ਾਂ ਨੂੰ ਸ਼ੇਅਰ ਕਰਦੇ ਨੇ, ਤੇ ਸਾਡੇ ਜਿਹੜੇ ਹਕੀਮ ਨੇ ਉਹ ਨੁਕਸੇ ਲੁਕਾ ਕੇ ਰੱਖਦੇ ਨੇ, ਕਿਸੇ ਨੂੰ ਦੱਸੀ ਨਾ ਇਹ ਨੁਕਸਾ ਬੜਾ ਕੀਮਤੀ ਹੈ। ਅੱਛਾ ਹਕੀਮ ਸਾਹਿਬ ਤੁਹਾਡਾ ਸਭ ਤੋਂ ਜ਼ਿਆਦਾ ਪਹਿਲੇ ਤੁਸੀਂ ਕਿਸ ਟੌਪਿਕ ਦੇ ਖੁੱਲ ਕੇ ਗੱਲ ਕੀਤੀ ਤੇ ਲੋਕਾਂ ਦਾ ਰਿਸਪੌਂਸ ਮਿਲਿਆ, ਤੁਸੀਂ ਉਹਨੂੰ ਖੁੱਲ ਕੇ ਗੱਲ ਕੀਤੀ? ਸਭ ਤੋਂ ਪਹਿਲੇ ਜਿਹੜਾ ਨਾ ਜੀ ਉਹ ਅਸੀਂ ਇੱਕ ਬੜੀ ਅਹਿਮ ਆਦਤ, ਇੱਕ ਬੜੀ ਸਮਝੋ ਵੀ ਗੰਦੀ ਆਦਤ ਹੈਗੀ ਹੈ ਲੜਕਿਆਂ ਨੂੰ, ਉਹ ਅਕਸਰ ਜਿਹੜਾ ਨਾ ਮਾਸਟਰਬੇਸ਼ਨ ਕਰਦੇ ਨੇ, ਮਸ਼ਤਜ਼ਨੀ ਵਗੈਰਾ ਕਰਦੇ ਨੇ ਹੱਥ ਨਾਲ, ਤੇ ਵੈਸੇ ਵੀ ਜ਼ਹਿਨੀ ਤੌਰ ਤੇ ਪਰੇਸ਼ਾਨ ਵੀ ਰਹਿੰਦੇ ਨੇ ਕਿਉਂਕਿ ਜ਼ਾਹਿਰ ਗੱਲ ਲੇਟ ਸ਼ਾਦੀਆਂ ਅੱਜ ਕੱਲ੍ਹ ਹੁੰਦੀਆਂ, ਫਿਰ ਅੱਗੋਂ ਖੁਰਾਕਾਂ ਵੀ ਸਾਡੀਆਂ ਗਰਮ ਹੈਗੀਆਂ ਤੋਂ ਦੀ ਵਜ੍ਹਾ ਤੋਂ ਫਿਰ ਉਹ ਨਹੀਂ ਕੰਟਰੋਲ ਹੁੰਦਾ। ਤੇ ਉਹ ਸਭ ਤੋਂ ਪਹਿਲਾਂ ਜਿਹੜਾ ਮੇਰਾ ਕੋਰਸ ਸੀ ਨਾ, ਜਿਹੜਾ 11 ਨੰਬਰ ਸਾਡਾ ਕੋਰਸ ਹੈ, ਮੈਂ ਉਹ ਉਹਦੀ ਵੀਡੀਓ ਬਣਾਈ ਤੇ ਬਕਾਇਦਾ ਉਹਦਾ ਨੁਸਖਾ ਵੀ ਸ਼ੇਅਰ ਕੀਤਾ ਵੀ ਬਾਈ ਜਿਹਨੇ ਬਣਾਉਣਾ ਬਣਾ ਲਓ, ਜਿਹਨੇ ਲੈਣਾ। ਅੱਛਾ ਇਹ ਪਹਿਲਾ ਨੁਸਖਾ ਤੁਹਾਡਾ ਫ੍ਰੀ ਸੀ ਕਿ ਇਹ ਵੀ ਪੇਡ ਹੈਗਾ? ਨਹੀਂ ਫ੍ਰੀ ਨੁਸਖਾ ਜੀ, ਫ੍ਰੀ। ਅਸੀਂ ਪੂਰਾ ਅੱਲਾਹ ਦਾ ਸ਼ੁਕਰ ਹੈ ਵੀ ਪੂਰਾ ਨੁਸਖਾ ਸਹੀ ਦੱਸੀਦਾ ਬੰਦਿਆਂ ਨੂੰ, ਇਹ ਨੇ ਵੀ ਵਿੱਚੋਂ ਅੱਧੀਆਂ ਚੀਜ਼ਾਂ ਦੱਸੋ ਅੱਧੀਆਂ ਨਾ, ਪੂਰਾ ਨੁਸਖਾ ਦੱਸੀਦਾ ਭਾਈ ਜਿਹਨੇ ਬਣਾਉਣਾ ਬਣਾ ਲਓ। ਅਕਸਰ ਲੋਕ ਸਾਨੂੰ ਬਣਾ ਲੈਂਦੇ ਨੇ ਸਾਡੇ ਨੁਸਖੇ, ਫਾਇਦਾ ਹੁੰਦਾ। ਤੇ ਫਿਰ ਕਈ ਜਿਹੜਾ ਕੋਲ ਟਾਈਮ ਟੂਮ ਦੀ ਕਮੀ ਹੁੰਦੀ ਉਹ ਫਿਰ ਲੈ ਲੈਂਦੇ ਨੇ, ਸਾਡੇ ਕੋਲ ਲੈ ਲੈਂਦੇ ਨੇ। ਅੱਛਾ ਇਹ ਸੋਸ਼ਲ ਮੀਡੀਆ ਦਾ ਕਿਵੇਂ ਸਟਾਰਟ ਹੋਇਆ? ਕਿਹਨੇ ਤੁਹਾਨੂੰ ਮਸ਼ਵਰਾ ਦਿੱਤਾ ਕਿ ਸੋਸ਼ਲ ਮੀਡੀਆ ਤੇ ਆ ਕੇ ਤੁਸੀਂ ਇਹ ਟੌਪਿਕ ਤੇ ਖੋਲ ਕੇ ਗੱਲ ਕਰੋ, ਲੋਕ ਸੁਣਨਾ ਚਾਹੁੰਦੇ? ਇਹ ਨਾ ਭਾਈ ਜੀ ਸਭ ਤੋਂ ਪਹਿਲੇ ਤਾਂ ਅਸੀਂ ਬੇਸਿਕਲੀ ਇਹ ਤਾਂ ਨਹੀਂ ਸੀ ਵੀ ਅਸੀਂ ਇਹ ਜਿਹੜਾ ਬੰਦਿਆਂ ਦੇ ਪਸ਼ੀਦਾ ਅਮਰਾਜ਼ ਨੇ ਇਹਦੇ ਤੇ ਗੱਲ ਕਰੀਏ। ਬੇਸਿਕਲੀ ਤਾਂ ਅਸੀਂ ਜਦੋਂ ਆਇਆ ਨਾ ਕਰੋਨਾ ਆਇਆ ਤਾਂ ਉਸ ਟਾਈਮ ਅਸੀਂ ਜਿਹੜਾ ਨਾ ਜੀ ਲੋਕਾਂ ਨੂੰ ਕਾਫੀ ਜ਼ਿਆਦਾ ਮਸਾਇਲ ਸੀ, ਤੇ ਲੋਕ ਵੈਸੇ ਵੀ ਬਾਹਰ ਅੰਦਰ ਜਾਣਾ ਮੁਸ਼ਕਿਲ ਸੀ, ਤੇ ਇਹ ਘਰੇਲੂ ਚੀਜ਼ਾਂ ਸੀ ਜਿਹਦੇ ਵਿੱਚ ਆਪਣੀਆਂ ਆਮ ਇਸਤੇਮਾਲ ਹੋਣੀ, ਲੌਂਗ ਦਾਲਚੀਨੀ ਆਪਣਾ ਘਰੇਲੂ ਜਿਹੜੀਆਂ ਹੁੰਦੀਆਂ ਨੇ, ਕਲਵੰਜੀ ਹੋ ਗਈ, ਮੇਥੀ ਦਾਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਈਜ਼ੀ ਅਵੇਲੇਬਲ ਹੁੰਦੀਆਂ ਨੇ, ਇਹਨਾਂ ਦੇ ਇਸਤੇਮਾਲ ਦੇ ਨਾਲ ਜਿਹੜਾ ਨਾ ਨਜ਼ਲਾ ਜ਼ੁਕਾਮ ਖਾਂਸੀ ਤੇ ਬੁਖਾਰ ਬਖੂਰ ਤੇ ਕਰੋਨਾ ਦੀ ਵੀ ਜਿਹੜੇ ਹਨ ਉਹ ਮਤਲਬ ਨਾ ਕੰਟਰੋਲ ਹੁੰਦੀ ਸੀ। ਤੇ ਉਹ ਅਸੀਂ ਸ਼ੇਅਰ ਕਰਨੀਆਂ ਸ਼ੁਰੂ ਕੀਤੀਆਂ, ਤੇ ਲੋਕਾਂ ਨੇ ਕਾਫੀ ਸਾਨੂੰ ਜਿਹੜਾ ਨਾ ਬੈਕਅਪ ਦਿੱਤਾ, ਫੋਨ ਕਰਦੇ ਸੀ ਜੀ ਅਸੀਂ ਤੁਹਾਡਾ ਨੁਸਖਾ ਇਸਤੇਮਾਲ ਕੇ ਸਾਨੂੰ ਬੜਾ ਫਾਇਦਾ ਹੋਇਆ।
ਤੇ ਉਹ ਫਿਰ ਅਸੀਂ ਮਜ਼ੀਦ ਜਿਹੜਾ ਨਾ ਜੀ ਅਸੀਂ ਨੁਸਖੇ ਫਿਰ ਸਾਡਾ ਦਿਲ ਕੀਤਾ ਯਾਰ ਲੋਕਾਂ ਨੂੰ ਫਾਇਦਾ ਹੁੰਦਾ ਨੁਸਖੇ ਸ਼ੇਅਰ ਕੀਤੀ ਜੋ ਕਿ ਲੁਕਾ ਕੇ ਜਿਹੜਾ ਮੇਨ ਟੌਪਿਕ ਹੈ ਜਿਹਦੇ ਤੁਸੀਂ ਗੱਲ ਕਰਦੇ ਹੋ ਮਾਸਟਰਬੇਸ਼ਨ ਤੋਂ ਲੈ ਕੇ ਜਿਹੜੇ ਸਾਡੇ ਯੰਗ ਜਨਰੇਸ਼ਨ ਹੈ ਸਾਡੇ ਜਿਹੜੇ ਭਾਈ ਨੇ ਨੌਜਵਾਨ ਉਹਨਾਂ ਦੇ ਟੌਪਿਕ ਦੇ ਕਿਵੇਂ ਆਇਆ ਕਿ ਉਹਨਾਂ ਨੂੰ ਤੁਸੀਂ ਖੁੱਲ ਕੇ ਗੱਲ ਕੀਤੀ ਕੀ ਐਸੀਆਂ ਚੀਜ਼ਾਂ ਨੇ ਜਿਹੜੀਆਂ ਅੱਜ ਵੀ ਜ਼ਰੂਰਤ ਹੈਗੀਆਂ ਨੇ ਤੇ ਕਰਨਾ ਚਾਹੀਦਾ ਉਹਨਾਂ ਦੀ ਜਦੋਂ ਅਸੀਂ ਜ਼ਾਹਿਰ ਗੱਲ ਹੈ ਸੋਸ਼ਲ ਮੀਡੀਆ ਦਾ ਕੰਮ ਸ਼ੁਰੂ ਕੀਤਾ ਨਾ ਤਾਂ ਫਿਰ ਸਾਡੇ ਕੋਲੋਂ ਲੋਕ ਕਮੈਂਟ ਕਰਦੇ ਸੀ ਸਾਨੂੰ ਫੋਨ ਕਰਦੇ ਸੀ ਜੀ ਹਕੀਮ ਸਾਹਿਬ ਇਹ ਮੌਜੂ ਤੇ ਵੀਡੀਓ ਬਣਾਓ ਜੀ ਸਾਡੇ ਇਹ ਮਸਾਇਲ ਨੇ ਜੀ ਇਹਨਾਂ ਨੂੰ ਵੀ ਤੁਸੀਂ ਦੱਸੋ ਜੀ ਇਹਦੇ ਬਾਰੇ ਕੋਈ ਸਾਨੂੰ ਨੁਕਸਾ ਦੱਸੋ ਜੀ ਉਹ ਤੇ ਉਹ ਫਿਰ ਅਸੀਂ ਜਿਹੜਾ ਨਾ ਜੀ ਅਸੀਂ ਸ਼ੁਰੂ ਕਰ ਦਿੱਤਾ ਵੀ ਚਲੋ ਮੀਆਂ ਮੌਜਾਂ ਕਰ ਲਵਣ ਲੋਕੀ ਨੁਸਖੇ ਅਸੀਂ ਦੱਸੀ ਆਏ ਲੋਕੀ ਅਲਹਮਦੁਲਿਲਾ ਜਿਹੜਾ ਨਾ ਜੀ ਤੁਹਾਨੂੰ ਮੈਂ ਇੱਕ ਮਜ਼ੇਦਾਰੀ ਦੀ ਗੱਲ ਦੱਸਾਂ ਕਈ ਰਿਟਾਇਰ ਟੀਚਰ ਤੇ ਕਈ ਮਸਜਿਦਾਂ ਦੇ ਇਮਾਮ ਤੇ ਕਾਰੀ ਸਾਹਿਬਾਨ ਜਿਹੜੇ ਨਾ ਜੋ ਸਾਡੇ ਨੁਕਸੇ ਬਣਾ ਕੇ ਉਹਨਾਂ ਰੱਖੇ ਹੁੰਦੇ ਨੇ ਤੇ ਉਹ ਜਨਾਬ ਉਹ ਤੇ ਰੋਜ਼ੀ ਵੀ ਕਮਾ ਰਹੇ ਨੇ ਯਾਨੀ ਕਿ ਮਰੀਜ਼ਾਂ ਨੂੰ ਬਣਾ ਦਿੰਦੇ ਉਹ ਨੁਸਖੇ ਸਾਡੇ ਤੇ ਉਹ ਫਿਰ ਸਾਨੂੰ ਫੋਨ ਵੀ ਕਰਦੇ ਨੇ ਜੀ ਬੜਾ ਸ਼ੁਕਰੀਆ ਤੁਹਾਡੀ ਮਿਹਰਬਾਨੀ ਅਸੀਂ ਤੁਹਾਡਾ ਦੱਸਾ ਨੁਸਖਾ ਬਣਾ ਕੇ ਜੀ ਅਸੀਂ ਦੇ ਰਹੇ ਉਚਾਰਾਂ ਨੇ ਵੱਟ ਲਵੇ ਦੇ ਨਾਲ ਮਰੀਜ਼ ਨੂੰ ਫਾਇਦਾ ਹੋ ਜਾਂਦਾ ਸ਼ਿਫਾ ਹੋ ਜਾਂਦਾ ਇਹ ਵਾਕਈ ਇਹਦਾ ਫਾਇਦਾ ਹੋ ਰਿਹਾ ਹਕੀਮ ਸਾਹਿਬ ਇੱਕ ਗੱਲ ਹੈ ਤੁਸੀਂ ਕਹਿੰਦੇ ਹੋ ਖੁੱਲ ਕੇ ਗੱਲ ਕਰਦੇ ਇੱਕ ਮੁਸਤਦਨੀ ਇੱਕ ਬੰਦਿਆਂ ਦੀ ਨੌਜਵਾਨਾਂ ਦੀ ਕਮਜ਼ੋਰੀ ਹੈ ਸਾਇੰਸ ਨੇ ਜਦ ਕਿ ਇਹ ਕਿਹਾ ਕਿ ਇਹਦੇ ਨਾਲ ਇਨਸਾਨ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿਵੇਂ ਕਹਿੰਦੇ ਹੋ ਕਿ ਇਹਦੇ ਨਾਲ ਉਹ ਕਿਵੇਂ ਹੋ ਸਕਦਾ ਕਿ ਇਨਸਾਨ ਖੁਦ ਯੰਗ ਹੈਗਾ ਤੇ ਉਹਦਾ ਉਹ ਪਾਰਟ ਵੀਕ ਹੋ ਸਕਦਾ ਨਹੀਂ ਉਹਨਾਂ ਜੀ ਉਹ ਸਹੀ ਕਹਿੰਦੀ ਸਾਇੰਸ ਜਿਹੜੀ ਕਹਿੰਦੀ ਜਾਂ ਕੁਝ ਡਾਕਟਰ ਹੈਗੇ ਨੇ ਪ੍ਰੋਫੈਸਰ ਵਗੈਰਾ ਉਹ ਕਹਿੰਦੇ ਜੀ ਮਸਜਿਦਾਂ ਦਾ ਨੁਕਸਾਨ ਨਹੀਂ ਹੁੰਦਾ ਉਹ ਸਹੀ ਕਹਿੰਦੇ ਨੇ ਲੇਕਿਨ ਉਹ ਹੁੰਦਾ ਵੀ ਕਦੇ ਕਦਾਈ ਠੀਕ ਹੈ ਨਾ ਲੇਕਿਨ ਜਦੋਂ ਇਹਦੇ ਤੇ ਬੰਦੇ ਉਹਦੀ ਲੱਤ ਪੈ ਜਾਂਦੀ ਨਾ ਯਾਨੀ ਕਿ ਉਹ ਇੱਕ ਕਹਿ ਲਓ ਵੀ ਆਦਤ ਹੋ ਜਾਂਦੀ ਐਡਿਕਟ ਹੋ ਜਾਂਦੇ ਨੇ ਨੌਜਵਾਨ ਵੀ ਦਿਨ ਰਾਤ ਇੱਕੋ ਹੀ ਕੰਮ ਹੈ ਜ਼ਿਹਨ ਤੇ ਇੱਕੋ ਹੀ ਖਿਆਲ ਸਵਾਰ ਤੇ ਇੱਕੋ ਜਨਾਬ ਪਾਸੇ ਸੋਚ ਹੁੰਦੀ ਉਹਨਾਂ ਦੀ ਵੀ ਕਿਸਲੇ ਦਾ ਲੱਗੇ ਤੇ ਆਦਾ ਠੀਕ ਹੈ ਨਾ ਉਹ ਫਿਰ ਨਾ ਜੀ ਉਹ ਆਪਣਾ ਉਹ ਫਿਰ ਉਹਦਾ ਨੁਕਸਾਨ ਹੁੰਦਾ ਜ਼ਿਹਨੀ ਤੌਰ ਤੇ ਸਾਬੀ ਤੌਰ ਤੇ ਵੀ ਬੰਦੇ ਜਿਹੜਾ ਨਾ ਫਾਰਗ ਕੰਮਕਾਰ ਤੇ ਦਿਲ ਨਹੀਂ ਕਰਦਾ ਪੜ੍ਹਾਈ ਤੇ ਦਿਲ ਨਹੀਂ ਕਰਦਾ ਬਸ ਇੱਕੋ ਹੀ ਖਿਆਲ ਤੇ ਜ਼ਿਹਨ ਦੀ ਹਿਰਸ ਵੱਧ ਜਾਂਦੀ ਤੇ ਫਿਰ ਉਹ ਜਦੋਂ ਜ਼ਿਆਦਾ ਇਹਨੂੰ ਕਰਦੇ ਨਾ ਆਦਤ ਨੂੰ ਬਾਰ-ਬਾਰ ਇੱਕ ਦਿਨ ਕਈ ਵਾਰੀ ਰਾਤ ਦਿਲ ਦਾ ਉਹ ਫਿਰ ਨਾ ਜੀ ਇਹਦਾ ਵਾਕਿਆ ਨੁਕਸਾਨ ਹੁੰਦਾ ਹੈ ਠੀਕ ਹੈ ਨਾ ਤੇ ਉਹਦੇ ਨਾਲ ਫਿਰ ਦਿਮਾਗੀ ਮਸਾਇਲ ਤੁਸੀਂ ਕੀ ਸਮਝਦੇ ਹੋ ਕਿ ਇਹ ਲੱਤ ਲੱਗਣ ਦੀ ਵਜ੍ਹਾ ਕੀ ਹੈ ਫਿਰ ਇਹਨੂੰ ਹਟਾਇਆ ਕਿਵੇਂ ਜਾ ਸਕਦਾ ਇਹਦਾ ਨਾ ਭਾਈ ਜੀ ਸਭ ਤੋਂ ਪਹਿਲੇ ਤਾਂ ਆਪਣੇ ਮੁਆਸ਼ਰਾ ਜਿਹੜਾ ਹੈਗਾ ਆਪਾਂ ਵੇਖਣੇ ਵੀ ਜਨਾਬ ਕੋਈ ਮੋਬਾਈਲ ਤੇ ਜਿੱਲੇ ਵੀ ਖੋਲੋ ਆਪਾਂ ਦਿਲ ਨਾ ਵੀ ਕਰਦਾ ਕੋਈ ਨਾ ਕੋਈ ਸ਼ਾਇਦ ਜੀ ਆ ਜਾਂਦੇ ਵੀ ਬੰਦੇ ਦਾ ਦਿਲ ਕਰਦਾ ਗੌਰ ਨਾਲ ਵੇਖ ਲਈਏ ਗੌਰ ਨਾਲ ਸੁਣ ਲਓ ਜੀ ਸਾਹਿਬ ਦੀ ਖੁਸੂਸੀ ਨਸੀਹਤ ਹੈ ਤੇ ਉਸ ਤੋਂ ਬਾਅਦ ਇਹ ਵੀ ਕਈ ਵੇਲੇ ਤਾਂ ਫਿਰ ਉਹਨਾਂ ਨੇ VPN ਇੰਸਟਾਲ ਕੀਤੇ ਹੁੰਦੇ ਨੇ ਕੋਈ ਅਜਿਹੀਆਂ ਚੀਜ਼ਾਂ ਉਹ ਆਪ ਜਾਣ ਤੇ ਕਹਿੰਦੇ ਨੇ ਸਟੂਡੈਂਟ ਅਸੀਂ ਪੜ੍ਹਾਈ ਕਰਨੀ ਹੈ VPN ਉਹ ਬਸ ਉਹ ਇਵੇਂ ਫਿਰ ਉਹ ਤਾਂ ਕਹਿੰਦੇ ਹੀ ਨੇ ਉਹ ਅਕਸਰ ਬਾਲ ਬੜੇ ਚਲਾਕ ਹੁੰਦੇ ਨੇ ਉਹ ਛੋਟੇ ਬੱਚੇ ਬੜੇ ਚਲਾਕ ਨੇ ਕਹਿੰਦੇ ਜੀ ਅਸੀਂ ਉਹ ਆਪਣਾ ਉਹ ਜੀ ਲੈਕਚਰ ਸੁਣਨਾ ਜੀ ਨਾਤਾਂ ਸੁਣਨੀਆਂ ਜਿਹੜੇ ਜਾ ਕੇ ਵੇਖੋ ਤੇ ਉਹ ਕੋਈ ਹੋਰ ਸ਼ਾ ਲਾਈ ਖਲੇਂਦਾ ਤੇ ਇਹ ਨਾ ਇਹਦੇ ਤੋਂ ਬਚਣਾ ਚਾਹੀਦਾ ਜਿੰਨਾ ਵੀ ਹੋ ਸਕੇ ਉਸ ਤੋਂ ਬਾਅਦ ਫਿਰ ਆਪਣੀਆਂ ਖੁਰਾਕਾਂ ਵੀ ਇਹੋ ਜਿਹੀਆਂ ਨੇ ਮੋਸਟਲੀ ਜਿਹੜਾ ਨਾ ਤਿੱਕਾ ਕਬਾਬ ਬਰਗਰ ਸ਼ਵਾਰਮਾ ਤੇ ਇਹ ਸਾਰੀਆਂ ਚੀਜ਼ਾਂ ਗਰਮ ਹੈਗੀਆਂ ਨੇ ਫਾਸਟ ਫੂਡ ਵਗੈਰਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ ਤੇ ਉਹਦੀ ਵਜ੍ਹਾ ਤੋਂ ਮੈਦਾ ਜਿਗਰ ਗਰਮੀ ਹੁੰਦੀ ਤੇ ਉਹ ਜ਼ਿਆਦਾ ਇਸ ਪਾਸੇ ਹਿਰਸ ਵੱਧ ਜਾਂਦੀ ਤੇ ਜ਼ਿਆਦਾ ਇਸ ਪਾਸੇ ਅੱਛਾ ਹਕੀਮ ਸਾਹਿਬ ਸੋਸ਼ਲ ਮੀਡੀਆ ਤੇ ਕਈ ਲੋਕ ਤੁਹਾਨੂੰ ਪਸੰਦ ਵੀ ਕਰਦੇ ਨੇ ਵੇਖਦੇ ਵੀ ਨੇ ਤੇ ਇੱਕ ਐਸੀ ਤਾਦਾਦ ਵੀ ਹੈ ਤੁਹਾਡੇ ਸੋਸ਼ਲ ਮੀਡੀਆ ਤੇ ਤੁਹਾਡੇ ਖਿਲਾਫ ਹੈ ਖਿਲਾਫ ਮਤਲਬ ਇਹ ਹੈ ਕਿ ਤੁਸੀਂ ਗੁਫ਼ਤਗੂ ਨਹੀਂ ਠੀਕ ਕਰਦੇ ਤੁਸੀਂ ਮਤਲਬ ਖੁੱਲ ਕੇ ਬੋਲ ਰਹੇ ਹੋ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਹਰ ਇੱਕ ਦੀ ਆਦੀ ਰਾਏ ਹੈ ਜੀ ਹਰ ਇੱਕ ਦੀ ਆਦੀ ਪਸੰਦ ਹੈ ਜੀ ਠੀਕ ਹੈ ਨਾ ਤੇ ਉਹ ਕੋਈ ਮਸਲਾ ਨਹੀਂ ਜੀ ਉਹ ਨਹੀਂ ਪਸੰਦ ਕਰਦੇ ਤੇ ਤਾਂ ਵੀ ਉਹਨਾਂ ਦੀ ਮਿਹਰਬਾਨੀ ਕਿਉਂਕਿ ਉਹਨਾਂ ਦੀ ਰਾਏ ਹੈ ਨਾ ਜੀ ਤੇ ਆਪਾਂ ਕਿਸੇ ਦੀ ਰਾਏ ਨੂੰ ਜਿਹੜਾ ਨਾ ਜੀ ਉਹ ਨਹੀਂ ਕਰ ਸਕਦੇ ਰਾਤ ਹੋ ਸਕਦਾ ਉਹ ਵੀ ਤੁਹਾਨੂੰ ਫੋਨ ਕਰਦੇ ਹੋ ਹਕੀਮ ਸਾਹਿਬ ਕੀ ਸਿਸਟਮ ਹੈ ਸ਼ਾਦੀ ਕੋਰਸ ਚਾਹੀਦਾ ਉਹ ਤਾਂ ਇੱਕ ਵੱਖਰੀ ਗੱਲ ਹੈ ਬਾਕੀ ਨਾ ਜੋ ਹਰ ਬੰਦੇ ਦੀ ਆਦੀ ਸੋਚ ਹੁੰਦੀ ਮੈਂ ਕਹਿੰਦਾ ਵੀ ਅਲਹਮਦੁਲਿਲਾ ਫਿਰ ਸਾਡਾ ਦਿਲ ਖੁਸ਼ ਉਦੋਂ ਹੋ ਜਾਂਦਾ ਵੀ ਜਦੋਂ ਸਾਡੇ ਫੈਨ ਤੇ ਫਾਲੋਅਰ ਸਾਨੂੰ ਫੋਨ ਕਰਦੇ ਨੇ ਤੇ ਉਹ ਮਤਲਬ ਇਹ ਕਹਿੰਦੇ ਨੇ ਜੀ ਸਾਨੂੰ ਐਂ ਲੱਗ ਰਿਹਾ ਵੀ ਸੱਚੀ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਜਾਂ ਕੋਈ ਮੇਰੇ ਨਾਲ ਵੀਡੀਓ ਕਾਲ ਕਰਦੇ ਨੇ ਤੇ ਕਹਿੰਦੇ ਨੇ ਜੀ ਸਾਨੂੰ ਸੱਚੀ ਅਸੀਂ ਤੁਹਾਨੂੰ ਵੇਖ ਰਹੇ ਤੇ ਕਈ ਮੇਰੇ ਕੋਲ ਮਰੀਜ਼ ਦਵਾਖਾਨੇ ਤੇ ਆਉਂਦੇ ਨੇ ਤੇ ਉਹ ਕਹਿੰਦੇ ਨੇ ਜੀ ਅਸੀਂ ਖਾਬ ਤਾਂ ਨਹੀਂ ਵੇਖ ਰਹੇ ਵੀ ਤੁਹਾਨੂੰ ਅਸੀਂ ਲਾਈਵ ਤੇ ਗੱਲ ਇਹ ਵੀ ਉਹ ਮਤਲਬ ਬੜੇ ਅਦਬ ਨਾਲ ਪੇਸ਼ ਆਉਂਦੇ ਨੇ ਤੇ ਫਿਰ ਅਲਹਮਦੁਲਿਲਾ ਜਿਹਨੂੰ ਇੱਕ ਵਾਰੀ ਫਾਇਦਾ ਹੁੰਦਾ ਨਾਲ ਹੋਰ ਵੀ ਮਰੀਜ਼ਾਂ ਨੂੰ ਲੈ ਕੇ ਆਉਂਦੇ ਨੇ ਅਗਾਂ ਵੀ ਰੈਫਰ ਕਰਦੇ ਨੇ ਤੇ ਉਹ ਬਸ ਹਰ ਇੱਕ ਦੀ ਆਦੀ ਸੋਚ ਹੈ ਜੀ ਅੱਛਾ ਹਕੀਮ ਸਾਹਿਬ ਮੇਨ ਮੁੱਦੇ ਤੇ ਆਨੇ ਜਿਹੜਾ ਤੁਸੀਂ ਵੀਡੀਓ ਬਣਾਉਂਦੇ ਹੋ ਅੱਜ ਕੱਲ੍ਹ ਜ਼ਿਆਦਾਤਰ ਟ੍ਰੈਂਡਿੰਗ ਟੌਪਿਕ ਕੀ ਨੇ ਜਿਵੇਂ ਤੁਸੀਂ ਕੁਝ ਨੁਸਖੇ ਮੇਰੇ ਨੌਜਵਾਨਾਂ ਨੂੰ ਕੀ ਦੇਣਾ ਚਾਹੋਗੇ ਕਿਵੇਂ ਉਹ ਉਹਨਾਂ ਚੀਜ਼ਾਂ ਤੋਂ ਹਟ ਸਕਦੇ ਨੇ ਕਿਵੇਂ ਉਹਨਾਂ ਨੂੰ ਫਾਇਦਾ ਹੋ ਸਕਦਾ
ਨੌਜਵਾਨਾਂ ਵਾਸਤੇ ਤਾਂ ਮੈਂ ਜਿਹੜਾ ਨਾ ਜੀ ਉਹ ਇਹ ਕਵਾਂਗਾ ਵੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈਗੀ ਹੈ ਵੀ ਆਪਣੀ ਗ਼ਿਜ਼ਾ ਨੂੰ ਸਹੀ ਕਰਨ, ਕੁਦਰਤੀ ਗ਼ਿਜ਼ਾ ਵੱਲ ਆਵਣ। ਜਿਹੜੀ ਅੱਜ ਕੱਲ੍ਹ ਆਪਾਂ ਜਨਾਬ ਬਾਜ਼ਾਰੀ ਖਾਣੇ, ਟਿੱਕਾ ਕਬਾਬ, ਸ਼ਾਰਮਾ, ਬਰਗਰ, ਫਾਸਟ ਫੂਡ, ਬਰੈਲਰ, ਇਹ ਚੀਜ਼ਾਂ ਜਿਹੜੀਆਂ ਨੇ ਇਹ ਨੁਕਸਾਨਦੇਹ ਨੇ। ਕਦੇ ਕਦਾਈ ਬੰਦਾ ਚਸਕਾ ਲਾ ਲਵੇ ਕੋਈ ਮਹੀਨੇ ਤੋਂ ਬਾਅਦ ਤਾਂ ਉਹ ਖੈਰ ਹੁੰਦੀ, ਤੇ ਜਿਹੜਾ ਇਹਨਾਂ ਮੁਸਲਸਲ ਉਹ ਆਦਤ ਪਕੜੀ ਹੁੰਦੀ ਵੀ ਜਨਾਬ ਉਹ ਰੋਜ਼ਾਨਾ ਉਹ ਫਿਰ ਉਹਨਾਂ ਨੁਕਸਾਨ ਹੁੰਦਾ। ਇਹਨਾਂ ਚੀਜ਼ਾਂ ਤੋਂ ਬਚੋ। ਤੇ ਕੁਦਰਤੀ ਗ਼ਿਜ਼ਾਵਾਂ ਇਹ ਹੈ ਵੀ ਦੁੱਧ, ਦਹੀਂ, ਲੱਸੀ, ਮੱਖਣ ਵਗੈਰਾ ਔਰ ਘਰੇਲੂ ਰੋਟੀ, ਸਾਲਨ ਜਿਹੜਾ ਸਾਦਾ ਹੈ ਉਹ ਇਸਤੇਮਾਲ ਕੀਤਾ ਜਾਏ। ਉਸ ਤੋਂ ਇਲਾਵਾ ਜਿਹੜੀਆਂ ਨਾ ਕੱਚੀਆਂ ਸਬਜ਼ੀਆਂ ਔਰ ਫਰੂਟ ਬਹੁਤ ਜ਼ਿਆਦਾ ਫਾਇਦੇਮੰਦ ਨੇ। ਅੱਜ ਕੱਲ੍ਹ ਦਲਮੂਲੀ, ਗਾਜਰ, ਖੀਰਾ, ਜਿਹੜਾ ਸਲਾਦ ਸਲੂਦ ਤੇ ਕੱਚੀਆਂ ਸਬਜ਼ੀਆਂ ਇਹ ਬੜੀਆਂ ਫਾਇਦੇਮੰਦ ਨੇ। ਇਹ ਮਿਹਦੇ ਜਿਗਰ ਨੂੰ ਸੈੱਟ ਰੱਖਦੀਆਂ ਨੇ। ਇਹਨਾਂ ਚੀਜ਼ਾਂ ਨੂੰ ਜਦੋਂ ਇਸਤੇਮਾਲ ਕਰਨਗੇ ਨਾ ਨੌਜਵਾਨ, ਤੇ ਉਹ ਜਿਹੜਾ ਨਾ ਜੀ ਗਰਮੀ ਮਿਹਦਾ ਜਿਗਰ 'ਚ ਨਹੀਂ ਹੋਵੇਗੀ, ਤੇ ਜਿਵੇਂ ਤੁਹਾਡੇ ਚਿਹਰੇ ਤੇ ਦਾਣੇ ਬਣੇ ਹੋਏ ਨੇ ਉਹਨਾਂ ਨੂੰ ਦਾਣੇ ਵੀ ਨਹੀਂ ਨਿਕਲਣਗੇ। ਅੱਛਾ, ਇਹਨਾਂ ਦਾ ਹੱਲ ਕੀ ਹੈ ਮੈਨੂੰ ਇਹ ਦੱਸੋ। ਇੱਕ ਡਾਕਟਰ ਹੈ ਨਾ ਪ੍ਰੋਫੈਸ਼ਨਲ, ਉਹ ਆਇਡੈਂਟੀਫਾਈ ਕਰਦਾ ਮੁxtਲਿਫ ਟੈਸਟ ਕਰਵਾ ਕੇ ਲੈਬਾਰਟਰੀਜ਼, ਉਹਨੂੰ ਪਤਾ ਲੱਗਦਾ ਇਹ ਇਹਨੂੰ ਮਰਜ਼ ਹੈ। ਤੁਸੀਂ ਕਿਵੇਂ ਆਇਡੈਂਟੀਫਾਈ ਕਰਦੇ ਹੋ ਕਿ ਇਹਨੂੰ ਇਹ ਮਰਜ਼ ਹੈ, ਇਹਨੂੰ ਯਰਕਾਨ ਹੈ, ਇਹਨੂੰ ਦਾਣੇ ਕਿਉਂ ਨਿਕਲਦੇ ਨੇ, ਜਾਂ ਇਹਨੂੰ ਇਹ ਕਮਜ਼ੋਰੀ ਹੈ? ਕਿਵੇਂ ਕਰਦੇ ਹੋ? ਮੈਨੂੰ ਇੱਥੇ ਲਾਈਵ ਤੁਸੀਂ ਇੰਟਰਵਿਊ 'ਚ ਨਬਜ਼ ਚੈੱਕ ਕਰਕੇ ਦੱਸੋ। ਉਹ ਨਾ ਜੀ ਸਭ ਤੋਂ ਪਹਿਲੀ ਤਾਂ ਗੱਲ ਇਹ ਹੈਗੀ ਹੈ ਵੀ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਇਹਨੂੰ ਕੀ ਮਸਲਾ ਹੈ। ਉਸ ਤੋਂ ਬਾਅਦ ਜ਼ਬਾਨ ਚੈੱਕ ਕਰੀਦੀ ਹੈ, ਉਸ ਤੋਂ ਬਾਅਦ ਨਬਜ਼ ਚੈੱਕ ਕਰੀਦੀ ਹੈ, ਤੇ ਬਾਕੀ ਅਲਾਮਾਤ ਵੀ ਅਸੀਂ ਲਵੀਦੀਆਂ ਨੇ। ਇਹ ਨਹੀਂ ਵੀ ਅਸੀਂ ਆ ਕੇ ਵੀ ਅਸੀਂ ਬੜੇ ਕੁਝ ਪੁਰਾਣੇ ਜ਼ਮਾਨੇ ਦੇ ਵਿੱਚ ਹਕੀਮ ਹੁੰਦੇ ਸੀ ਜਿਹੜੇ ਨਬਜ਼ ਚੈੱਕ ਕਰਦੇ ਸੀ ਨਾ, ਉਹ ਨਬਜ਼ ਦੇ ਨਾਲ ਰੂਹਾਨੀਅਤ ਦਾ ਤਲਕ ਵੀ ਹੁੰਦਾ ਸੀ। ਠੀਕ ਹੈ ਨਾ, ਕੱਲੀ ਨਬਜ਼ ਸ਼ਨਾਸੀ ਨਹੀਂ ਸੀ, ਨਾਲ ਰੂਹਾਨੀਅਤ ਵੀ ਸੀ। ਯਾਨੀ ਉਹ ਫਿਰ ਉਹ ਰੂਹਾਨੀਅਤ ਦੇ ਇਲਮ ਦੀ ਵਜ੍ਹਾ ਤੋਂ ਫਿਰ ਉਹ ਐਸੀਆਂ ਚੀਜ਼ਾਂ ਦੱਸ ਲੈਂਦੇ ਸੀ ਜਿਹੜਾ। ਲੇਕਿਨ ਆਪਾਂ ਸਿੱਧਾ ਕੰਮ ਹੈ, ਨਬਜ਼ ਵੀ ਚੈੱਕ ਕਰੀ ਦੀ, ਮਜ਼ਾਜ ਚੈੱਕ ਕਰੀ ਦੀ, ਗਰਮੀ, ਸਰਦੀ, ਖੁਸ਼ਕੀ, ਤਰੀ। ਠੀਕ ਹੈ, ਉਸ ਤੋਂ ਇਲਾਵਾ ਜ਼ਬਾਨ ਚੈੱਕ ਕਰੀ ਦੀ। ਬਾਕੀ ਕੁਛ ਅਲਾਮਾਤ ਮਰੀਜ਼ ਕੋਲ ਪੁੱਛ ਵੀ ਲਈਦੀਆਂ ਨੇ। ਕਿੱਥੋਂ ਤੁਹਾਡੇ ਕੋਲ ਮਰੀਜ਼ ਆਉਂਦੇ ਨੇ ਚੈੱਕਅਪ ਕਰਵਾਉਣ ਵਾਸਤੇ? ਮਰੀਜ਼ ਜੀ ਅੱਲਾਹ ਪਾਕ ਦਾ ਸ਼ੁਕਰ ਹੈ ਸਾਡੇ ਕੋਲੋਂ ਪੂਰੇ ਪਾਕਿਸਤਾਨ ਵਿੱਚ ਵੀ ਆਉਂਦੇ ਨੇ, ਤੇ ਫਾਰਨ ਕੰਟਰੀ ਦੇ ਜਿਹੜੇ ਲੋਕ ਨੇ ਨਾ, ਜਿਹੜੇ ਪਾਕਿਸਤਾਨੀ ਉੱਥੇ ਰਹਿੰਦੇ ਨੇ, ਉਹ ਵੀ ਬੜੀ ਚਾਹਤ ਰੱਖਦੇ ਨੇ। ਖਾਸ ਕਰ ਜਿਹੜੇ ਸਾਡੇ ਪੰਜਾਬੀ ਭਰਾ ਨੇ ਉਹ ਤਾਂ ਬਹੁਤ ਹੀ ਜ਼ਿਆਦਾ ਮੁਹੱਬਤ ਰੱਖਦੇ ਨੇ, ਔਰ ਉੱਥੋਂ ਫੋਨ ਕਰਦੇ ਨੇ ਮੁxtਲਿਫ ਮੁਲਕਾਂ ਦੇ ਵਿੱਚੋਂ, USA ਵਿੱਚੋਂ ਵੀ ਜਨਾਬ, ਤੇ ਕੈਨੇਡਾ, ਤੇ ਬਰਤਾਨੀਆ, ਤੇ ਆਪਣਾ ਫਰਾਂਸ, ਤੇ ਸਾਊਦੀ ਅਰਬ, ਦੁਬਈ, ਮਸਕਤ, ਓਮਾਨ, ਸਾਰੇ ਮੁਲਕਾਂ ਦੇ ਵਿੱਚੋਂ ਜਿਹੜਾ ਨਾ ਲੋਕ ਫੋਨ ਕਰਦੇ ਨੇ, ਔਰ ਉਹ ਬੜੇ ਖੁਸ਼ ਹੁੰਦੇ ਨੇ। ਬੜਾ ਅੱਛਾ ਜਿਹੜਾ ਨਾ ਉਹਨਾਂ ਦਾ ਹੁੰਦਾ ਹੈ। ਉਹ ਕੋਈ ਐਸਾ ਵਾਕਿਆ ਤੁਹਾਡਾ ਕੋਈ ਫੈਨ ਮੂਮੈਂਟ ਹੋਵੇ, ਕੋਈ ਐਸਾ ਬੰਦਾ ਆ ਕੇ ਉਹਨੇ ਦੱਸਿਆ ਕਿ ਮੈਨੂੰ ਇਹ, ਤੇ ਵਾਕਿਆ ਹੀ ਇੱਕ ਇੰਟਰਸਟਿੰਗ ਵਾਕਿਆ ਹੋਵੇ, ਸਾਨੂੰ ਉਹ ਜ਼ਰਾ ਸੁਣਾ। ਬੜਾ ਇੰਟਰਸਟਿੰਗ ਵਾਕਿਆ ਹੈ ਜੀ। ਬਹਾਵਲਪੁਰ ਤੋਂ ਮੇਰੇ ਕੋਲ ਲੜਕਾ ਆਇਆ, ਤੇ ਉਹਨੇ ਦੱਸਿਆ ਜੀ ਗੱਲ ਹਕੀਮ ਸਾਹਿਬ 3 ਸਾਲ ਸ਼ਾਦੀ ਨੂੰ ਹੋ ਗਏ ਨੇ, ਤੇ ਮੇਰੇ ਨਾਲ ਔਲਾਦ ਕੋਈ ਨਹੀਂ ਹੋਈ। ਠੀਕ ਹੋ ਗਿਆ। ਤੇ ਉਸ ਤੋਂ ਬਾਅਦ ਜਦੋਂ ਮੈਂ ਅਗਲੀ ਗੱਲ ਪੁੱਛੀ ਤੇ ਉਹਨੇ ਕਿਹਾ ਜੀ 3 ਸਾਲ ਹੋ ਗਏ ਨੇ ਹਕੀਮ ਸਾਹਿਬ, ਮੇਰੀ ਬੀਵੀ ਵੀ ਮੁਤਮਈਨ ਕੋਈ ਨਹੀਂ ਮੇਰੇ ਤੋਂ। ਠੀਕ ਹੈ। ਤੇ ਫਿਰ ਅਗਲੀ ਗੱਲ ਉਹਨੇ ਫਿਰ ਸੁਣਾਈ। ਉਹਨੇ ਕਿਹਾ ਗੱਲ ਇਹ ਜੀ ਮੇਰੇ ਹੋਏਗੀ ਮਾਮੇ ਦੀ ਧੀ। ਠੀਕ ਹੈ। ਤੇ 3 ਸਾਲ ਉਹਨੇ ਬੜਾ ਸਬਰ ਕੀਤੀ ਰੱਖਾ ਹੈ, ਤੇ ਹੁਣ ਅਖੀਰੀ ਉਹਨੇ ਆਦੀ ਭੈਣ ਨੂੰ ਦੱਸ ਦਿੱਤਾ, ਤੇ ਉਹ ਭੈਣ ਨੇ ਆਦੀ ਮਾਂ ਨੂੰ ਦੱਸਤਾ, ਯਾਨੀ ਸੱਸ ਹੁੰਦੀ ਨੂੰ। ਠੀਕ ਹੋ ਗਿਆ। ਉਹਨੇ ਅਗਾ ਫਿਰ ਆਦੇ ਮੀਆਂ ਨਾਲ ਗੱਲ ਕੀਤੀ, ਖਾਮਦ ਨਾਲ। ਉਹ ਮਾਮਾ ਲੱਗਦਾ ਸੀ ਛੋਰ ਦਾ। ਉਹ ਮਾਮੇ ਨੇ ਜਨਾਬ ਆਦੇ ਪਨੇਵੇਂ ਨੂੰ ਵੀ ਬੁਲਾ ਲਿਆ, ਤੇ ਉਹਦੇ ਪਿਓ ਨੂੰ ਵੀ ਬੁਲਾ ਲਿਆ। ਉਹਨੇ ਕਿਹਾ ਵੀ ਆਓ ਵੀ। ਉਹਨੇ ਕਿਹਾ 3 ਸਾਲ ਹੋ ਗਏ ਨੇ ਮੀਆਂ, ਸਾਡੀ ਬੇਟੀ ਬੜੀ ਪਰੇਸ਼ਾਨ ਰਹਿੰਦੀ ਹੈ, ਮੁਤਮਈਨ ਨਹੀਂ, ਤੇ ਤੇਰਾ ਬੇਟਾ ਜਿਹੜਾ ਨਾ ਉਹ ਕਾਬਲ ਨਹੀਂ ਹੈਗਾ ਸੀ ਸ਼ਾਦੀ ਦੇ, ਤੁਸੀਂ ਐਵੇਂ ਕਰਤੀ, ਤੇ ਸਾਡੀ ਬੇਟੀ ਨੂੰ ਤਲਾਕ ਦੇ ਦਿਓ। ਠੀਕ ਹੈ। ਉਹਦੇ ਪਿਓ ਨੇ ਕਿਹਾ ਵੀ ਸਾਨੂੰ ਨਾ ਜੀ ਤੁਸੀਂ 2 ਮਹੀਨੇ ਦਾ ਟਾਈਮ ਦੇ ਦਿਓ। ਠੀਕ ਹੈ। ਉਹ ਫਿਰ ਕਿਤੇ ਉਹਨਾਂ ਨੂੰ ਪਤਾ ਲੱਗਾ ਤਾਂ ਸਾਡੇ ਕੋਲ ਆ ਗਏ। ਠੀਕ ਹੈ। ਲੜਕੇ ਨੇ ਦੱਸਿਆ ਵੀ ਮੈਂ 3 ਸਾਲ ਨਾ ਜੀ ਕਿਸੇ ਨਾ ਕਿਸੇ ਹਕੀਮ ਕੋਲ ਤੁਰਿਆ ਰਿਹਾ, ਲੈਂਦਾ ਲੂੰਦਾ ਰਿਹਾ, ਦੇ ਤੌਰ ਤੇ ਦਵਾਈਆਂ ਲੈਂਦਾ ਰਿਹਾ। ਪਿਓ ਨੂੰ ਮੈਂ ਕੋਈ ਨਹੀਂ ਦੱਸਿਆ, ਤੇ ਬਸ ਇਸ ਤਰੀਕੇ। ਉਹ ਫਿਰ ਜੀ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ। ਮੈਂ ਉਹਨੂੰ ਸਿੱਧੀ ਗੱਲ ਦੱਸਾਂਗਾ ਵੀ ਮੈਂ 2 ਕੰਮ ਕੀਤੇ ਨੇ। ਇੱਕ ਤਾਂ ਸਿਰਫ ਉਹਨੂੰ ਗਰਮੀ ਬਹੁਤ ਜ਼ਿਆਦਾ ਸੀ ਉਹਦੇ ਮਿਹਦਾ ਜਿਗਰ ਵਿੱਚ, ਕਿਉਂਕਿ ਉਹ ਫੌਰੀ ਜਨਾਬ ਉਹ ਬਾਰ ਬਾਈਪਾਸ। ਉਹਨੂੰ ਅਸੀਂ 11 ਨੰਬਰ ਕੋਰਸ ਮੈਂ ਆਦਾ ਦਿੱਤਾ, ਜਿਹਦੇ ਨਾਲ ਮਿਹਦਾ ਜਿਗਰ ਮਸਾਨਾ ਦੀ ਗਰਮੀ ਖਤਮ ਹੋਈ। ਤੇ ਦੂਜੇ ਨੰਬਰ ਤੇ ਉਹਨੂੰ ਮੈਂ ਪੂਰਾ ਹਮਬਿਸਤਰੀ ਦਾ ਤਰੀਕਾ ਦੱਸਿਆ ਸਹੀ ਜਿਹੜਾ ਹੁੰਦਾ ਹੈ। ਜਦੋਂ ਮੈਂ ਉਹਦੇ ਕੋਲ ਪੁੱਛਿਆ ਤਾਂ ਉਹਨੂੰ ਬੈਲੀ ਨੂੰ ਪਤਾ ਸੋਰੀ ਕੋਈ ਨਹੀਂ ਸੀ ਐਡਾ, ਉਹਨੂੰ ਮੈਂ ਸਹੀ ਤਰੀਕਾ ਸਮਝਾਇਆ। ਓਕੇ। ਉਹ ਜੀ 40 ਦਿਨਾਂ ਬਾਅਦ ਦੁਬਾਰਾ ਆਇਆ। ਉਹਨੇ ਆ ਕੇ ਜਨਾਬ ਬੜੇ ਅਦਬ ਨਾਲ ਮਿਲਿਆ, ਤੇ ਉਹਨੇ ਕਿਹਾ ਜੀ ਬੜੀ ਮਿਹਰਬਾਨੀ ਤੁਹਾਡੀ। ਉਹਨੇ ਕਿਹਾ ਜੀ ਮੇਰੀ ਬੀਵੀ ਨੇ ਘਰੀ ਕਹਿ ਦਿੱਤਾ ਵੀ ਮੈਂ ਤਲਾਕ ਨਹੀਂ ਲੈਣੀ। ਕੰਮ ਓਕੇ ਹੋ ਗਿਆ। ਹਾਂਜੀ। ਉਹ ਕਹਿੰਦਾ ਜੀ ਮੁਤਮਈਨ ਆ ਮੈਂ, ਤੇ ਮੇਰੀ ਬੀਵੀ ਵੀ ਮੁਤਮਈਨ ਆ, ਸ਼ੁਕਰ ਅੱਲਾਹ ਪਾਕ ਦਾ, ਤੁਹਾਡੀ ਬੜੀ ਮਿਹਰਬਾਨੀ। ਤੇ ਦੂਜਾ ਉਹ ਕਹਿੰਦਾ ਸੀ ਜੀ ਔਲਾਦ ਜਿਹੜਾ ਨਾ ਜੀ, ਉਹ ਮੈਂ ਕਿਹਾ ਤੁਹਾਨੂੰ ਸਪਰਮ ਕੋਰਸ ਦਿੰਨੇ ਤੇ ਅੱਲਾਹ ਖੈਰ ਕਰੇਗਾ, ਔਲਾਦ ਵੀ ਅੱਲਾਹ ਦੇ।
ਅੱਛਾ, ਮੈਨੂੰ ਨਾ ਜਿਹੜੇ ਮੇਰੇ ਖਾਸ ਕਰ ਦੋਸਤ ਨੇ, ਯੰਗ ਜਨਰੇਸ਼ਨ ਹੈ ਜਿਹੜੀ, ਬੜੀ ਤਾਦਾਦ ਹੈ, ਤੁਹਾਡੀ ਵੀ ਫੈਨ ਫੋਲੋਇੰਗ ਹੈ, ਉਹਨਾਂ ਨੂੰ ਆ ਇੱਕ ਮਸ਼ਵਰਾ, ਜਿਹੜੇ ਇਸ ਕੰਮ ਤੋਂ ਨਹੀਂ ਹਟ ਰਹੇ। ਸਾਰੀਆਂ ਜਿਹੜੀਆਂ ਤੁਹਾਡੇ ਕੋਲ ਨਾ ਮੁਖਤਲਿਫ ਮੈਜੋਰਿਟੀ ਵਿੱਚ ਆਉਂਦੇ ਨੇ, ਤੁਸੀਂ ਸੋਸ਼ਲ ਮੀਡੀਆ ਤੇ ਵੀ ਉਹਨਾਂ ਦੀ ਗੱਲ ਕਰ ਰਹੇ ਹੋ, ਜਿਨ੍ਹਾਂ ਨੂੰ ਮਾਸਟਰਬੇਸ਼ਨ ਦਾ ਮਸਲਾ ਹੈ, ਜਿਨ੍ਹਾਂ ਨੂੰ ਕਬਜ਼ ਹੈ, ਜਿਨ੍ਹਾਂ ਨੂੰ ਸਾਰਾ ਕੁਝ। ਸਭ ਤੋਂ ਜਿਹੜਾ ਮਸ਼ਵਰਾ ਹੈ ਨਾ ਵੀ ਉਹ ਇਹ ਹੈ ਵੀ ਕੁਦਰਤੀ ਗਜ਼ਾਵਾਂ ਇਸਤੇਮਾਲ ਕਰੋ, ਤੇ ਜਿਹੜਾ ਮੋਬਾਈਲ ਦਾ ਇਸਤੇਮਾਲ ਜ਼ਰੂਰਤ ਦੇ ਮੁਤਾਬਕ ਕਰੋ ਸਿਰਫ, ਤੇ ਐਵੇਂ ਬਿਲਾ ਵਜ੍ਹਾ ਜਿਹੜਾ ਨਾ ਉਹ ਨਾ ਇਹਨੂੰ ਇਸਤੇਮਾਲ ਕਰੋ, ਤੇ ਜਿਹੜੀਆਂ ਗਲਤ ਵੈਬਸਾਈਟਾਂ ਤੇ ਇਹ ਉਹ ਤੇ ਸਾਰਾ ਜਿਹੜਾ ਨਾ ਉਹ ਕਰਦੇ ਨੇ ਉਹਨਾਂ ਤੋਂ ਬਚੋ। 5 ਟਾਈਮ ਨਮਾਜ਼ ਪੜ੍ਹੋ ਔਰ ਐਕਸਰਸਾਈਜ਼ ਤੇ ਵਾਕ ਸ਼ਾਕ ਜ਼ਰੂਰ ਕਰੋ, ਕਿਉਂਕਿ ਕਈ ਲੋਕ ਜਿਹੜੇ ਐਵੇਂ ਸੁਸਤ ਰਹਿੰਦੇ ਨੇ, ਉਹ ਆਪਾਂ ਖਾਣੇ ਪੀਣੇ ਤਾਂ ਅੱਲਾ ਦਾ ਸ਼ੁਕਰ ਹੈ ਸਹੀ ਖਾਂਦੇ ਨੇ ਲੋਕ, ਤੇ ਉਹ ਫਿਰ ਇਹ ਵੀ ਕੰਮ ਸ਼ਾਮ ਕਰਦੇ ਕੋਈ ਨਹੀਂ, ਤੇ ਉਹ ਸਾਰੀ એનર્ਜੀ ਉਹਨਾਂ ਦੇ ਜਿਸਮ ਵਿੱਚ ਹੁੰਦੀ, ਉਹ ਕਿਸੇ ਨਾ ਕਿਸੇ ਪਾਸੇ ਤੋਂ ਕੱਢਣੀ ਹੁੰਦੀ, ਉਹ ਵੈਲੀ ਫਿਰ ਹੋਰ ਪਾਸੇ ਪੁੱਠੇ ਕੰਮਾਂ ਤੇ ਲੱਗ ਜਾਂਦੇ। ਉਹ ਨਾ ਕੋਈ ਹਾਰਡ ਗੇਮ ਸ਼ੁਰੂ ਕਰਨ ਨੌਜਵਾਨ ਜਿਹੜੇ ਨੇ, ਕੋਈ ਜਿਹੜੀ ਵੀ ਤੁਹਾਨੂੰ ਅੱਛੀ ਲੱਗਦੀ ਹਾਰਡ ਗੇਮ, ਕੋਈ ਘੰਟਾ 2 ਘੰਟੇ ਚੰਗੀ એનર્ਜੀ ਜਿਸਮ ਦੀ ਖਰਚ ਹੋਵੇ, ਤਾਂ ਕਿ ਜਿਹੜਾ ਨਾ ਉਹ ਆਪਣਾ ਉਹਨਾਂ ਨੂੰ ਉਸ ਪਾਸੇ ਜਿਹੜਾ ਤੇ ਉਹ ਯੰਗ ਲੜਕੇ ਉਹ ਹਾਰਡ ਹੀ ਗੇਮ ਕਰਦੇ ਨੇ ਜਿੰਦੀ ਆਪਾਂ ਗੱਲ ਕਰਦੇ ਪਏ, ਕਹਿੰਦੇ ਨੇ ਇਸ ਤੋਂ ਹਾਰਡ ਕਿਹੜੀ ਹੋ ਸਕਦੀ। ਉਹ ਹਾਰਡ ਗੇਮ ਇਹ ਨਹੀਂ ਨਾ ਜੀ, ਉਹ ਆਪਣਾ ਨਾ ਕ੍ਰਿਕਟ, ਫੁੱਟਬਾਲ, ਉਸ ਤੋਂ ਇਲਾਵਾ ਹਾਕੀ ਖੇਲ ਸਕਦੇ ਨੇ, ਕਬੱਡੀ ਖੇਲ ਸਕਦੇ ਨੇ, ਬੈਡਮਿੰਟਨ ਖੇਲ ਸਕਦੇ ਨੇ, ਇਸ ਤੋਂ ਇਲਾਵਾ ਕਰਾਟੇ ਜਿਹੜਾ ਨਾ ਉਹ ਬੜਾ ਅੱਛਾ ਮਸ਼ਗਲਾ, ਉਹ ਖੇਲ ਸਕਦੇ ਨੇ। ਐਕਸਰਸਾਈਜ਼। ਹਕੀਮ ਸਾਹਿਬ, ਤੁਹਾਡੀ ਰੂਹਾਨੀਅਤ ਦਾ ਰਾਜ਼ ਕੀ? ਰੂਹਾਨੀਅਤ ਦਾ ਰਾਜ਼ ਤਾਂ ਮੈਂ ਜਿਹੜਾ ਚਮਕ ਰਿਹਾ ਚਿਹਰਾ। ਨਹੀਂ ਕੋਈ ਰਾਜ਼ ਨਹੀਂ ਜੀ, ਰਾਜ਼ ਕੀ, ਬਸ ਇਹ ਹੈ ਜੀ ਵੀ ਅੱਲਾ ਦਾ ਸ਼ੁਕਰ ਹੈ ਅਲਹਮਦੁਲਿਲਾ 5 ਟਾਈਮ ਨਮਾਜ਼ ਪੜ੍ਹੀ ਦੀ ਹੈ। ਠੀਕ ਹੈ, ਉਹ ਤਾਂ ਹਰ ਮੁਸਲਮਾਨ ਨੂੰ ਪੜ੍ਹਨੀ ਚਾਹੀਦੀ ਹੈ, ਕੋਈ ਐਡਾ ਵੱਡਾ ਕੰਮ ਹੈ, ਉਹ ਸਾਰਿਆਂ ਨੂੰ ਪੜ੍ਹਨੀ ਚਾਹੀਦੀ, ਤੁਹਾਨੂੰ ਵੀ ਮੈਨੂੰ ਵੀ। ਤੇ ਬਾਕੀ ਇਹ ਵੀ ਕੋਸ਼ਿਸ਼ ਕਰੀ ਦੀ ਕੁਦਰਤੀ ਗਜ਼ਾਵਾਂ ਇਸਤੇਮਾਲ ਕਰੀ ਦੀਆਂ ਨੇ। ਹਕੀਮ ਸ਼ਹਜ਼ਾਦ ਲੋਹਾ ਪਾਕ, ਉਹ ਬੜਾ ਸੋਸ਼ਲ ਮੀਡੀਆ ਤੇ ਵਾਇਰਲ ਸੀ, ਉਹਨੂੰ ਤੁਹਾਡਾ ਕੋਈ, ਸਾਡੇ ਦੋਸਤ ਬੜੇ ਨਾ ਖੁੱਲ ਕੇ ਡਿਮਾਂਡ ਕਰ ਰਿਹਾ ਸੀ, ਤੁਹਾਡਾ ਕਿਹੜਾ ਐਸਾ ਕੋਰਸ ਹੈ ਜਿਹੜਾ ਉਹਨੂੰ ਤੁਸੀਂ ਚੈਲੰਜ ਕਰੋ ਕਿ ਉਹ ਆ ਕੇ ਕਰੇ, ਕਿ ਉਹ ਹਕੀਮ ਹੈ, ਉਹਦੇ ਕੰਮ ਵਿੱਚ ਤੁਹਾਡੇ ਕੰਮ ਵਿੱਚ ਕੀ ਫਰਕ? ਆਪਾਂ ਭਾਈਆ ਕੋਈ ਚੈਲੰਜ ਨਹੀਂ ਕਰਦੇ, ਆਪਾਂ ਤੇ ਆਖਾਂਗੇ ਮੀਆਂ ਉਹ ਵੱਡਾ ਹਕੀਮ ਹੈ, ਅਸੀਂ ਤਾਂ ਮੀਆਂ ਮਾਫੀ ਮੰਗਣੇ, ਅਸੀਂ ਆਦੇ ਆਪ ਨੂੰ ਕੋਈ ਨਹੀਂ ਸਮਝਦੇ ਠੀਕ ਹੈ ਨਾ ਜੀ। ਤੇ ਬਸ ਆਪਾਂ ਚੁੱਪ ਕਰਕੇ ਜੋ ਕੰਮ ਕਰ ਰਹੇ ਜੀ ਆਪਾਂ ਇਹ ਕਰਨਾ, ਆਪਾਂ ਕਿਸੇ ਨਾਲ ਆਪਣਾ ਕੋਈ ਮੁਕਾਬਲਾ ਨਹੀਂ, ਸਾਰੇ ਸਾਡੇ ਤੋਂ ਵੱਧ ਹੋਣੇ, ਠੀਕ ਹੈ ਨਾ ਜੀ, ਆਪਾਂ ਨਾਲ ਕੋਈ ਮੁਕਾਬਲਾ ਨਹੀਂ, ਆਪ ਸਾਰੇ ਵੱਧ ਹੋਣੇ, ਬਸ ਕੋਈ ਰੌਲਾ ਨਹੀਂ। ਪਾਕਿਸਤਾਨੀ ਆਵਾਮ ਨੂੰ ਕੀ ਮੈਸੇਜ ਦੇਣਾ ਚਾਹੋਗੇ? ਪਾਕਿਸਤਾਨੀ ਆਵਾਮ ਨੂੰ ਮੀਆਂ ਜੀ ਮੈਸੇਜ ਇਹ ਦੇਣਾ ਚਾਹਾਂਗਾ ਵੀ ਕੋਸ਼ਿਸ਼ ਕਰੋ ਕੁਦਰਤੀ ਜ਼ਿੰਦਗੀ ਅੱਲੇ ਆਓ। ਠੀਕ ਹੈ, ਸਭ ਤੋਂ ਕੁਦਰਤੀ ਜ਼ਿੰਦਗੀ ਤਾਂ ਕਿ ਜਿਹੜੇ ਸਾਡੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਸਾਨੂੰ ਜਿਹੜਾ ਨਾ ਜੀ ਉਹ ਸਿਖਾਈ ਹੈ। ਹਾਂਜੀ, ਇੱਕ ਸਾਡਾ ਦੀਨ ਹੈਗਾ ਨਮਾਜ਼, ਰੋਜ਼ਾ, ਜ਼ਿਕਰ, ਅਜ਼ਕਾਰ ਔਰ ਅੱਲਾਹ ਤਾਲਾ ਦੀ ਯਾਦ ਵਿੱਚ ਰਹਿਣਾ। ਦੂਸਰੇ ਨੰਬਰ ਤੇ ਸਾਨੂੰ ਜਿਹੜਾ ਹੈ ਕੁਦਰਤੀ ਗਜ਼ਾਵਾਂ ਜਿਹੜੀਆਂ ਨੇ ਉਹਨਾਂ ਨੂੰ, ਔਰ ਹਰ ਕੰਮ ਜਿਹੜਾ ਸੁਨਨਤ ਦੇ ਮੁਤਾਬਕ ਅਗਰ ਕੀਤਾ ਜਾਵੇ ਨਾ, ਕੋਈ ਵੀ ਅਗਰ ਖਾਣਾ ਖਾਣਾ, ਪਾਣੀ ਪੀਣਾ, ਕੋਈ ਵੀ ਕੰਮ ਕਰਨਾ ਸੁਨਨਤ ਦੇ ਮੁਤਾਬਕ ਅਗਰ ਕੀਤਾ ਜਾਵੇ ਤਾਂ ਉਹਦੇ ਵਿੱਚ ਬਰਕਤ ਹੈ, ਬੰਦਾ ਬਿਮਾਰੀਆਂ ਤੋਂ ਬਚ ਜਾਂਦਾ, ਤੇ ਸ਼ਿਫਾ ਹੀ ਸ਼ਿਫਾ ਹੈ, ਫਾਇਦਾ ਹੀ ਫਾਇਦਾ ਹੈ। ਤੇ ਕੁਦਰਤੀ ਜ਼ਿੰਦਗੀ ਨੂੰ ਅਪਣਾਵਣ ਸਾਰੇ ਪਾਕਿਸਤਾਨੀ, ਤੇ ਜਿਹੜੀ ਮਸਨੂਈ ਜ਼ਿੰਦਗੀ ਤੇ ਆਪਣਾ ਮਸਨੂਈ ਖੁਰਾਕਾਂ ਤੇ ਮਸਨੂਈ ਜਨਾਬ ਉੱਠਣਾ ਬਹਿਣਾ ਤੇ ਐਵੇਂ ਜਨਾਬ ਸ਼ੋਅ ਬਣਾਏ ਫਿਰਾ ਤਾਂ ਆਦੇ ਆਪ ਨੂੰ, ਮਤਲਬ ਇਹ ਇੱਕ ਨਾ ਬਨਾਵਟੀ ਜ਼ਿੰਦਗੀ ਨੂੰ ਜਿਹੜਾ ਨਾ ਜੀ ਉਹ ਛੱਡਣਾ ਚਾਹੀਦਾ, ਕੁਦਰਤੀ ਜ਼ਿੰਦਗੀ ਤੇ ਸਾਦਗੀ ਵੱਲ ਆਉਣਾ ਚਾਹੀਦਾ, ਇਹਦੇ ਵਿੱਚ ਹੀ ਆਪਣਾ ਫਾਇਦਾ ਹੈਗਾ। बाकी सारियां आर्जी चीज़ां ने बस ना मिटन वालियां, ख़त्म होने वाली चीज़ां। जी नाज़रीन, ये थे हमारे साथ पाकिस्तान के नामवर हकीम और पाकिस्तानी सोशल मीडिया स्टार हकीम सरफराज साहब। इसी के साथ मुझे इजाज़त दीजिएगा। अल्लाह ने के बाद।